ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਉਮੀਦ ਕਰਦੇ ਹਾਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ। ਵੈਸੇ ਗੱਲ ਬਹੁਤ ਹੀ ਅਹਿਮ ਅੱਜ ਕਰਨ ਜਾ ਰਹੇ ਹਾਂ ਕਿਉਂਕਿ ਇੱਥੇ ਕੈਨੇਡਾ ਦੇ ਵਿੱਚ ਰਹਿੰਦੇ ਹੋਏ, ਵੈਸੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਰਹਿੰਦੇ ਹੋਏ, ਹਰ ਇਨਸਾਨ ਦਾ ਪਹਿਲਾ ਸੁਪਨਾ ਜਿਹੜਾ ਹੁੰਦਾ ਹੈ ਉਹ ਹੁੰਦਾ ਹੈ ਘਰ ਬਣਾਉਣ ਦਾ। ਤੇ ਉਹ ਸੁਪਨਾ ਸਾਕਾਰ ਕਿਵੇਂ ਹੋ ਸਕਦਾ ਹੈ, ਉਹ ਸੁਪਨਾ ਸਾਕਾਰ ਕਰਨ ਦੇ ਵਿੱਚ ਕਿਹੜੇ ਲੋਕ ਨੇ ਜਿਹੜੇ ਅਹਿਮ ਰੋਲ ਨਿਭਾ ਸਕਦੇ ਨੇ, ਕਿਹੜੀ ਉਹ ਮਾਰਕੀਟ ਹੈ ਜਿਹੜੀ ਸਹੀ ਤਰੀਕੇ ਨਾਲ ਸਾਨੂੰ ਸਹੀ ਗਾਈਡੈਂਸ ਦੇ ਸਕਦੀ ਹੈ, ਉਹਨਾਂ ਚੀਜ਼ਾਂ ਦਾ ਖਾਸ ਤੌਰ ਤੇ ਖਿਆਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਫਸਟ ਟਾਈਮ ਜਿਹੜੇ ਬਾਇਰਸ ਹੁੰਦੇ ਨੇ ਉਹਨਾਂ ਦੇ ਜ਼ਹਿਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਹੁੰਦੇ ਨੇ, ਕਈ ਤਰ੍ਹਾਂ ਦੀਆਂ ਕਨਫਿਊਜ਼ਨਸ ਵੀ ਹੁੰਦੀਆਂ ਨੇ ਕਿ ਘਰ ਲੈਣਾ ਤਾਂ ਕਿੰਨੇ 'ਚ ਸਾਨੂੰ ਪਏਗਾ, ਬਜਟ ਦਾ ਵੀ ਖਿਆਲ ਰੱਖਣਾ ਹੈ। ਪਰ ਕਈ ਵਾਰੀ ਇੰਡੀਆ ਤੋਂ ਜਿਵੇਂ ਅਸੀਂ ਸਾਰੇ ਆਏ ਹੋਏ ਹਾਂ ਤਾਂ ਸਾਨੂੰ ਆਦਤ ਹੁੰਦੀ ਹੈ ਖੁੱਲ੍ਹੇ ਘਰਾਂ ਦੇ ਵਿੱਚ ਰਹਿਣ ਦੀ, ਵੱਡੇ ਘਰਾਂ ਦੀ ਆਦਤ ਹੁੰਦੀ ਹੈ, ਹਵਾਦਾਰ ਘਰ ਹੋਣ। ਸੋ ਉਹੀ ਅਸੀਂ ਕੈਨੇਡਾ ਦੇ ਵਿੱਚ ਵੀ ਜਦੋਂ ਆਉਂਦੇ ਹਾਂ ਤੇ ਇੱਥੇ ਵੀ ਅਸੀਂ ਉਹੀ ਚਾਹੁੰਦੇ ਹਾਂ ਵੀ ਸਾਨੂੰ ਇੱਦਾਂ ਦਾ ਹੀ ਘਰ ਜਿਹੜਾ ਮਿਲੇ। ਪਰ ਕਿਉਂਕਿ ਨੌਲੇਜ ਨਹੀਂ ਕਈ ਵਾਰੀ ਹੁੰਦੀ, ਨਹੀਂ ਚੀਜ਼ਾਂ ਦਾ ਪਤਾ ਹੁੰਦਾ ਹੈ, ਬਜਟ ਦਾ ਨਹੀਂ ਪਤਾ ਹੁੰਦਾ, ਸੋ ਉਸ ਲਈ ਅਸੀਂ ਲੱਭਦੇ ਹਾਂ ਕਿ ਕੋਈ ਇਹੋ ਜਿਹੇ ਰੀਅਲਟਰ ਜਾਂ ਫਿਰ ਜਿਹੜੇ ਹੋਰ ਹੋ ਸਕਦੇ ਨੇ ਰੀਅਲ ਇਸਟੇਟ ਦੇ ਲੋਕ ਸਾਡੀ ਮਦਦ ਕਰ ਸਕਦੇ ਨੇ ਜਾਂ ਸਾਨੂੰ ਸਹੀ ਤਰੀਕੇ ਨਾਲ ਗਾਈਡ ਕਰ ਸਕਦੇ ਨੇ। ਇਹ ਬਹੁਤ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਲਈ ਅਸੀਂ ਖਾਸ ਤੌਰ ਦੇ ਉੱਤੇ ਖਿਆਲ ਵੀ ਰੱਖਦੇ ਹਾਂ। ਸੋ ਅੱਜ ਇਸੇ ਮੁੱਦੇ ਦੇ ਉੱਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਹਿਲੀ ਵਾਰੀ ਜਦੋਂ ਘਰ ਲੈਣ ਦਾ ਸੁਪਨਾ ਸਾਕਾਰ ਕਰਨਾ ਹੁੰਦਾ ਹੈ ਤਾਂ ਉਹਦੇ ਵਿੱਚ ਕਿਹੜੀਆਂ ਉਹ ਬਾਰੀਕੀਆਂ ਨੇ ਜਿਨ੍ਹਾਂ ਦਾ ਸਾਨੂੰ ਖਿਆਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਡੇ ਨਾਲ ਸਟੂਡੀਓ ਦੇ ਵਿੱਚ ਜੈਸ ਕੰਗ ਜੀ ਆਏ ਹੋਏ ਨੇ। ਜੈਸ ਕੰਗ ਜੀ ਬਾਰੇ ਮੈਂ ਦੱਸਦਾ ਤੁਹਾਨੂੰ ਕਿ ਜੈਸ ਕੰਗ ਜੀ ਜਿਹੜੇ ਨੇ ਉਹ ਸੈਂਚੁਰੀ 21 ਕੋਸਟਲ ਰਿਐਲਿਟੀ ਦੇ ਨਾਲ ਕੰਮ ਕਰਦੇ ਨੇ। ਸੋ ਉਹਨਾਂ ਦੀ ਟੀਮ ਦੇ ਵੱਲੋਂ ਅੱਜ ਉਹ ਗੱਲ ਕਰਨ ਦੇ ਲਈ ਇੱਥੇ ਆਏ ਨੇ। ਵੈਸੇ ਵੀ ਘਰ ਲੈਣਾ ਹੋਵੇ, ਘਰ ਵੇਚਣਾ ਹੋਵੇ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹੋਵੇ ਗੱਲਬਾਤ ਤਾਂ ਉਹ ਹਮੇਸ਼ਾ ਕਮਿਊਨਿਟੀ ਦੇ ਨਾਲ ਵਿਚਰਦੇ ਵੀ ਰਹਿੰਦੇ ਨੇ ਤੇ ਕਮਿਊਨਿਟੀ ਦੇ ਨਾਲ ਰਾਬਤੇ ਦੇ ਵਿੱਚ ਵੀ ਰਹਿੰਦੇ ਨੇ। ਜੈਸ ਕੰਗ ਨਾਲ ਅੱਜ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਘਰ ਲੈਣ ਦੇ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਜਿਹੜਾ ਉਹ ਖਿਆਲ ਰੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ। ਜੈਸ ਕੰਗ ਜੀ, ਬਹੁਤ-ਬਹੁਤ ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। Thank you so much, Sherry, for inviting me. And it's definitely my pleasure to be here with you through Channel Punjabi. ਜੀ ਜੈਸ ਕੰਗ ਜੀ, ਸਭ ਤੋਂ ਪਹਿਲਾਂ ਤਾਂ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਔਰ ਖਾਸ ਕਰਕੇ ਜਦੋਂ ਅਸੀਂ ਕੈਨੇਡਾ ਦੇ ਵਿੱਚ ਆ ਜਾਂਦੇ ਹਾਂ ਤਾਂ ਕੈਨੇਡਾ ਦੇ ਵਿੱਚ ਆਉਣ ਲੱਗੇ ਬੜੇ ਤਰ੍ਹਾਂ ਦੇ ਵੈਸੇ ਤਾਂ ਘਰ ਅਟਰੈਕਟ ਬਹੁਤ ਕਰਦੇ ਨੇ, ਬੜੀਆਂ ਸੋਹਣੀਆਂ ਲੋਕੇਸ਼ਨਸ ਹੁੰਦੀਆਂ ਨੇ ਆਲੇ ਦੁਆਲੇ, ਕਿਉਂਕਿ ਅਸੀਂ ਮੂਵੀਆਂ 'ਚ ਦੇਖਿਆ ਹੁੰਦਾ ਹੈ। ਐਗਜ਼ੈਕਟਲੀ, ਹਾਂ ਬਿਲਕੁਲ। ਤੇ ਉਦੋਂ ਇਹ ਹੁੰਦਾ ਵੀ ਯਾਰ ਆਪਾਂ ਵੀ ਇੱਦਾਂ ਦਾ ਜਿਹੜਾ ਘਰ ਲੈਣਾ ਚਾਹੁੰਦੇ, ਪਰ ਓਬਵੀਅਸਲੀ ਫਸਟ ਟਾਈਮ ਜਦੋਂ ਬਾਈ ਕਰਨਾ ਹੁੰਦਾ ਤਾਂ ਕੁਝ ਕਨਫਿਊਜ਼ਨਸ ਹੁੰਦੀਆਂ ਨੇ ਔਰ ਬਜਟ ਦਾ ਖਾਸ ਤੌਰ 'ਤੇ ਖਿਆਲ ਰੱਖਣਾ ਪੈਂਦਾ ਹੈ। ਸੋ ਫਸਟ ਟਾਈਮ ਜਿਹੜੇ ਬਾਇਰਸ ਹੁੰਦੇ ਆ, ਉਹ ਜਿਹੜੇ ਰੀਅਲਟਰਸ ਹੁੰਦੇ ਨੇ, ਉਹ ਉਹਨਾਂ ਨੂੰ ਕਿਵੇਂ ਗਾਈਡ ਕਰ ਸਕਦੇ ਨੇ? ਫਸਟ ਟਾਈਮ ਬਾਇਰ ਜਦੋਂ ਮਾਰਕੀਟ 'ਚ ਆਉਂਦੇ ਨੇ ਕਾਫੀ ਕਨਫਿਊਜ਼ ਹੁੰਦੇ ਨੇ, ਹੈ ਨਾ। ਪਹਿਲਾ ਇਨਫਲੂਐਂਸ ਉਹਨਾਂ ਦੇ ਰਿਲੇਟਿਵਸ ਦਾ ਹੁੰਦਾ ਆ, ਹੈ ਨਾ। ਦੇ ਵਾਂਟ ਟੂ ਗੋ ਲਾਈਕ ਉਹਨਾਂ ਦੀ ਜਿਹੜੀ ਅਕਾਊਂਟੇਬਿਲਿਟੀ ਹੁੰਦੀ ਆ ਰਿਲੇਟਿਵਸ ਤੋਂ ਪੁੱਛਦਾ ਬੰਦਾ ਵੀ ਮੈਂ ਕੀ ਕਰਾਂ, ਹੈ ਨਾ, ਮੈਂ ਘਰ ਲੈਣਾ ਚਾਹੁੰਦਾ ਆ। And many times relatives are much educated and they know about the real estate market, they guide them right, है ना। And sometimes they don't have enough knowledge and they purchase their home like 10 ਸਾਲ ਪਹਿਲਾਂ ਉਹਨਾਂ ਨੇ ਘਰ ਲਿਆ ਸੀ, ਮੁੜ ਕੇ ਕਦੇ real estate transaction ਨਹੀਂ ਕੀਤੀ, ਜਿੱਥੇ ਬੈਠੇ ਉੱਥੇ ਬੈਠੇ ਨੇ, ਹੈ ਨਾ। So definitely ਉਹ ਈਵਨ ਚਾਹ ਕੇ ਵੀ ਸਹੀ ਗਾਈਡ ਨਹੀਂ ਕਰ ਸਕਦੇ ਬਿਕੋਜ਼ ਦੇ ਡੋਂਟ ਨੋ ਦਾ ਟੂਡੇਜ਼ ਟ੍ਰੈਂਡ, ਹੈ ਨਾ। ਦੇ ਡੋਂਟ ਨੋ ਦਾ ਟੂਡੇਜ਼ ਮਾਰਕੀਟ ਪ੍ਰਾਈਸਿਸ, ਹੈ ਨਾ, ਜਾਂ ਰਾਈਟ ਰੀਅਲਟਰ। ਸੋ ਦੋ ਚਾਰ ਗੱਲਾਂ ਜਿਹੜੀਆਂ ਜ਼ਰੂਰੀ ਨੇ ਫਸਟ ਟਾਈਮ ਬਾਇਰ ਲਈ। ਇੱਕ ਤੇ ਆਪਣਾ ਕ੍ਰੈਡਿਟ ਸਕੋਰ ਕੈਨੇਡਾ ਦੇ ਵਿੱਚ ਬਹੁਤ ਜ਼ਰੂਰੀ ਆ, ਤੁਹਾਡਾ ਕ੍ਰੈਡਿਟ ਸਕੋਰ ਸਟਰੋਂਗ ਹੋਣਾ ਚਾਹੀਦਾ ਆ। ਆਪਣੇ ਤੁਸੀਂ ਕੋਈ ਵੀ ਫੋਨ ਬਿਲਸ ਨੇ ਉਹ ਟਾਈਮ 'ਤੇ ਪੇ ਕਰੋ ਔਰ ਕੋਈ ਵੀ ਤੁਹਾਡਾ ਕ੍ਰੈਡਿਟ ਕਾਰਡ ਆ ਉਹਦੀਆਂ ਕਦੇ ਵੀ ਓਵਰਡਿਊ ਪੇਮੈਂਟਸ ਨਾ ਕਰੋ, ਉਹਨੂੰ ਔਨ ਟਾਈਮ ਪੇਮੈਂਟਸ ਕਰ ਦਿਓ ਤਾਂ ਕਿ ਤੁਹਾਡਾ ਕ੍ਰੈਡਿਟ ਸਕੋਰ ਮੇਨਟੇਨ ਰਵੇ, ਹੈ ਨਾ। ਐਂਡ ਅਨਦਰ ਬਿਗ ਥਿੰਗ ਇਜ਼ ਸਾਡੇ ਜਦੋਂ ਸਪੈਸ਼ਲੀ ਸਟੂਡੈਂਟਸ ਜਿਹੜੇ ਨੇ ਨਾ, ਉਹ ਆ ਕੇ ਪਹਿਲਾਂ ਕਾਰਾਂ ਚੱਕ ਲੈਂਦੇ ਨੇ, ਵੱਡੀਆਂ ਕਾਰਾਂ ਲਾਈਕ 20,000 ਦੀ ਕਾਰ ਚੱਕ ਲਈ, ਫਿਰ ਉਹਦਾ ਲੋਨ ਤੁਹਾਡੇ ਕੋਲੇ ਵੱਡਾ ਹੁੰਦਾ ਆ। ਮੈਨੀ ਆਫ ਦੈਮ ਆਰ ਵੈਰੀ ਹਾਰਡ ਵਰਕਿੰਗ ਕਲਾਸ ਸਟੂਡੈਂਟਸ ਨੂੰ, ਆਈ ਰੀਅਲੀ ਐਡਮਾਇਰ ਦੈਮ, ਦੇ ਆਰ ਵੈਰੀ ਹਾਰਡ ਵਰਕਿੰਗ ਕਲਾਸ। ਮੋਸਟ ਆਫ ਦੈਮ ਤਾਂ ਆਪਣਾ ਲੋਨਸ ਜਿਹੜਾ ਟਾਈਮ 'ਤੇ ਪੇ ਕਰਦੇ ਰਹਿੰਦੇ ਨੇ ਔਰ ਵਿਚ ਇਜ਼ ਗੁੱਡ। ਜਸਟ ਇਨ ਕੇਸ ਉਹਨਾਂ ਤੋਂ ਜੌਬ ਨਹੀਂ ਪ੍ਰੋਪਰ ਹੈਗੀ, ਜੌਬ ਚਲੀ ਗਈ, ਲੋਨਸ ਪੇ ਨਹੀਂ ਹੋਇਆ ਐਂਡ ਕਾਰ ਵਾਪਸ ਡੀਲਰ ਕੋਲੇ ਚਲੀ ਗਈ, ਦੈਟ ਵਿਲ ਸ਼ੋ ਔਨ ਯਰ ਕ੍ਰੈਡਿਟ ਕਿ ਤੁਸੀਂ ਫਲਾਨਾ ਲੋਨ ਪੇ ਨਹੀਂ ਕੀਤਾ ਤੇ ਇਟ ਵਿਲ ਸ਼ੋ ਅ ਰੈਡ ਫਲੈਗ ਔਨ ਯਰ ਕ੍ਰੈਡਿਟ। ਇਟਸ ਅ ਹਿਊਜ ਥਿੰਗ ਇਨ ਕੈਨੇਡਾ। ਮੇ ਬੀ ਇੰਡੀਆ 'ਚ ਉਹ ਚੀਜ਼ਾਂ ਇੰਨੀਆਂ ਇੰਪੋਰਟੈਂਟ ਨਹੀਂ, ਪਰ ਇੱਥੇ ਬਹੁਤ ਇੰਪੋਰਟੈਂਟ ਨੇ। ਸੋ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਵੈਨ ਯੂ ਆਰ ਚੂਜ਼ਿੰਗ ਦ ਕ੍ਰੈਡਿਟ. Any credit, like is a credit card, phone bill, or any of your loans, pay it on time. That's a mainly to start to come in a real estate market. ਫਿਰ ਜਿਹੜੇ ਤੁਹਾਡੇ ਲੋਕਲ ਰੀਅਲ ਸਟੇਟ ਐਕਸਪਰਟਸ ਨੇ, ਜੇ ਆਪਾਂ ਉਹਨਾਂ ਕੋਲ ਹੀ ਐਡਵਾਈਸ ਲਈਏ ਤੇ ਮਚ ਬੈਟਰ ਹੈ। ਲੈਟਸ ਸੇ ਮੈਂ ਸਰੀ 'ਚ ਮੇਨਲੀ ਕੰਮ ਕਰਦੀ ਹਾਂ, ਸਰੀ, ਐਬਸਫੋਰਡ, ਚਿਲਾਵੈਕ, up to metro town. I know this neighborhood very well, है ना, so I can advise them right. So ਜੇ ਤੁਸੀਂ ਕਹੋ ਕਿ up in Colonial ਜਾ ਕੇ ਜਾਂ up in Soyuz ਜਾ ਕੇ to buy the property, even though my license allows me to work anywhere in BC,
ਬਟ ਜੇ ਉੱਥੇ ਦੀ ਮੈਂ ਕਹਾਂ ਪਾਕਟ ਦੀ ਮੈਨੂੰ ਜਾਣਕਾਰੀ ਆ, I would have no knowledge even though I visited those places, but that does not mean I know it by real estate very well, है ना? So I won't advise anybody. I can recommend the local realtor who's there and who can guide them well, है ना? So like few of my relatives, they moved to Calgary. I was not representing them. So Calgary that's in Alberta, so we can't really cover that area, right? So again, having a local realtor, trustworthy realtor, ਜਿਹਦੇ ਕੋਲੇ enough experience ਹੋਵੇ, the one who can look through your contract and help you from the beginning till the finishing transaction. So the beginning is with your mortgage, है ना? So the one who can guide you with your mortgage, one who can help you to find the right property based upon your budget and give you the right guidance. If it's not the right property for you, the realtor can tell you, hey, even though the buyer choose that property ਮੈਂ ਇਹ ਲੈਣੀ ਆ, ਜੇ ਮੈਨੂੰ ਕੁਝ ਉਹਦੇ ਵਿੱਚ ਗਲਤ ਲੱਗ ਰਿਹਾ ਆ and they ਮੇਰੀ instincts ਕਹਿ ਰਹੀਆਂ this is not the right property for the buyer to have it, I should have the courage to tell ਕਿ ਇਹ ਤੋਂ ਆਪਾਂ backup ਕਰ ਲਈਏ, ਮੈਂ ਤੁਹਾਨੂੰ ਹੋਰ ਕੁਝ better ਲੱਭ ਦਾਂਗੀ, ਹੈ ਨਾ? So to have that trust relationship, it's very important, I would say. ਜੀ ਜੈਸ ਜੀ, ਇਸ ਤੋਂ ਪਹਿਲਾਂ ਕਿ ਮੈਂ ਅੱਗੇ ਹੋਰ ਸਵਾਲਾਂ ਵੱਲ ਵਧਾਂ, ਮੈਂ ਸਭ ਤੋਂ ਪਹਿਲਾਂ ਤੁਹਾਡੀ ਕੰਪਨੀ ਬਾਰੇ ਵੀ ਜਾਣਨਾ ਚਾਹਾਂਗੀ। ਤੁਹਾਡੀ ਕੰਪਨੀ ਕਿਹੜੀ ਹੈ, ਕਿੰਨੇ ਸਾਲਾਂ ਤੋਂ ਐਸਟੈਬਲਿਸ਼ ਹੈ ਤੇ ਕਿਵੇਂ ਲੋਕਾਂ ਨੂੰ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਉਹ ਪ੍ਰਦਾਨ ਕਰ ਰਹੀ ਹੈ? Century 21 is a big name internationally, not just within Canada but internationally. ਸਾਡਾ ਜਿਹੜਾ Century 21 coastal office is the number 2 office in worldwide right now. So like we have around 400 to 500 realtors. I don't have exact data because obviously I'm not a brokerage, but I think near about 400 500 realtors at the office, ਤਿੰਨੋਂ offices ਦੇ ਵਿੱਚ ਰਲਾ ਕੇ ਕੰਮ ਕਰਦੇ ਨੇ, and so to me it's a great help, and to have to work with the experienced managing brokers. If I have any issue with any contract, with any clause, I know my manager has like 30-40 years of experience of real estate. I can count on their experience, and I can call them, have my things fixed right away rather than hanging it, you know, and get wrong later on, and then it's hard to come back. If you real estate a mistake, it can cost a client thousands of dollars. So if you let's say ਇੱਕ ਤਾਂ ਨਵਾਂ realtor ਤੁਹਾਡੇ ਕੋਲ experience ਹੈ ਨਹੀਂ ਆ, second ਜੇ ਤੁਹਾਡਾ managing broker ਆ ਉਹਦੇ ਕੋਲ ਵੀ enough experience ਹੈ ਨਹੀਂਗਾ, then you have done your mistake, and who's is gonna cost? The buyer or the client, right? ਜੀ ਜੈਸ, ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਸ ਕੰਪਨੀ ਨਾਲ ਕੰਮ ਕਰਦੇ ਹੋਏ, ਔਰ ਸਪੈਸ਼ਲੀ ਤੁਸੀਂ Century 21 ਨੂੰ ਹੀ ਕਿਉਂ ਚੁਣਿਆ? Century 21 ਨਾ ਜਦੋਂ ਮੇਰਾ ਫਰਸਟ ਲਾਇਸੈਂਸ 2006 ਦੇ ਵਿੱਚ ਲਿਆ ਸੀਗਾ, so that was my first company I joined, but obviously ਕਈ ਵਾਰੀ as a realtor ਤੁਹਾਡੇ ਕੋਲ influence ਹੁੰਦਾ ਕਿ there is other big names that you want to go after, so I tried, but I came back to Century 21. So that's, you can say that I have seen something really great about the company, and especially with this Century 21 Coastal, and I love working with the team. The teams is very experienced, and as a woman I feel respectful when I walk into my office. ਜੀ ਜੈਸ, ਇੱਕ ਇਨਵੈਸਟਰ ਵਾਸਤੇ ਇਨਵੈਸਟ ਕਰਨ ਦਾ ਜਿਹੜਾ ਸਹੀ ਸਮਾਂ ਉਹ ਕੀ ਹੁੰਦਾ ਹੈ? There's always a first-time investors in the market, or there are experienced real investors in the market who buy, sells, flip, do multiple things. But I would say, ਸਮੇਂ ਦੀ ਜੇ ਗੱਲ ਕਰੀਏ, there's always a good time. There's always opportunities in the market. So depends on, let's say ਸ਼ੇਰੀ ਦਾ budget 1 million ਦਾ ਹੈ, ਸ਼ੇਰੀ ਕਹਿੰਦੀ ਜੈਸ ਮੈਨੂੰ 1 million ਦੇ ਵਿੱਚ ਕੋਈ property ਲੱਭ ਦੇ, the one who can I hold on to for another year, or I can, if possibly I can flip, I would love to flip within 1 year, or I like to have a long time investment, है ना? So ਜੇ ਅੱਜ ਸ਼ੇਰੀ 1 million ਦਾ budget hold ਕਰਕੇ ਕੁਝ invest ਕਰਨਾ ਚਾਹੁੰਦੀ ਆ, I would say ਸ਼ੇਰੀ, these are the right choices for you. These are the best pockets of Surrey, or these are the best pockets in Chilliwack where you can invest now and they will grow in the future. So I should guide you based upon your budget, but you always should come up with the right budget. So whatever budget in your mind, and the right locations and right place will help you to build your equity later on. ਜੀ ਜਸ, ਲੈਟਸ ਸੇ ਕਿ ਜਿਸ ਤਰੀਕੇ ਨਾਲ ਇੰਡੀਆ ਤੋਂ ਅਸੀਂ ਸਾਰੇ ਆਏ ਹੋਏ ਹਾਂ, ਬਹੁਤ ਸਾਰੇ ਲੋਕ ਜਦੋਂ ਇੰਡੀਆ ਤੋਂ ਆਉਂਦੇ ਨੇ ਤਾਂ ਇੱਕ ਖੁੱਲੀਆਂ ਤੇ ਹਵਾਦਾਰ ਜਿਹੜੀਆਂ ਘਰ ਹੁੰਦੇ ਨੇ, ਖੁੱਲੀਆਂ ਥਾਵਾਂ ਤੇ ਰਹਿਣ ਦੇ ਆਦੀ ਹੁੰਦੇ ਨੇ,
ਉਹ ਕੈਨੇਡਾ ਦੇ ਵਿੱਚ ਉਹ ਵੀ ਆਉਂਦੇ ਨੇ ਤੇ ਕੈਨੇਡਾ ਦੇ ਵਿੱਚ ਵੀ ਉਹਨਾਂ ਨੂੰ ਇਹੀ ਲੱਗਦਾ ਹੁੰਦਾ ਵੀ ਸਾਨੂੰ ਘਰ ਵੱਡਾ, ਹਵਾਦਾਰ, ਖੁੱਲਾ ਡੁੱਲਾ ਜਿਹੜਾ ਉਹ ਮਿਲੇ। ਜਿੱਦਾਂ ਕਹਿ ਸਕਦੇ ਆ ਕਿ ਫੈਮਿਲੀ, ਸਿੰਗਲ ਫੈਮਿਲੀ ਹੋਮ ਉਹ ਜ਼ਿਆਦਾਤਰ ਪ੍ਰੈਫਰ ਕਰਦੇ ਨੇ। ਅਜਿਹੇ ਦੇ ਵਿੱਚ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਜਿਹੜਾ ਖਿਆਲ ਰੱਖਣਾ ਚਾਹੀਦਾ ਹੈ ਔਰ ਕਿਵੇਂ ਉਹਨਾਂ ਨੂੰ ਆਪਣੇ ਬਜਟ ਦੇ ਵਿੱਚ, ਕਿਉਂਕਿ ਬਜਟ ਉਹਨਾਂ ਦੀ ਪ੍ਰਾਇੋਰਟੀ ਹੁੰਦੀ ਹੈ, ਬਜਟ ਦਾ ਖਿਆਲ ਰੱਖਣਾ। ਸੋ ਕਿਹੜੀਆਂ ਉਹ ਬਰੀਕੀਆਂ ਜਿਹਦਾ ਧਿਆਨ ਵੀ ਰੱਖਣਾ ਚਾਹੀਦਾ ਤੇ ਕੀ ਉਹਨਾਂ ਨੂੰ ਵੇਟ ਕਰਨਾ ਚਾਹੀਦਾ ਉਸ ਚੀਜ਼ ਲਈ, ਜਾਂ ਫਿਰ ਜੋ ਸੋਚਦੇ ਨੇ ਵੱਡਾ ਘਰ ਦੇਖ ਲਿਆ ਤੇ ਬਸ ਲੈ ਲਿਆ, ਇੰਨੇ ਤੱਕ ਦੀ ਖੇਡ ਹੁੰਦੀ ਹੈ। ਐਂਡ ਕੈਟਾਗਰੀਜ਼ ਘਰ ਦੀਆਂ ਕਿਹੜੀਆਂ ਹੁੰਦੀਆਂ ਨੇ ਇਹਦੇ ਵਿੱਚ? ਲਾਈਫ ਦੇ ਵਿੱਚ ਦੋ ਗੱਲਾਂ ਹੁੰਦੀਆਂ ਨੇ, ਇੱਕ ਰਿਐਲਿਟੀ ਹੁੰਦੀ, ਇੱਕ ਫੈਂਟਸੀ ਹੁੰਦੀ ਹੈ ਨਾ। ਸੋ ਫੈਂਟਸੀ ਆਪਾਂ ਬਹੁਤ ਵੱਡੀ ਸੋਚ ਸਕਦੇ ਹਾਂ, ਹੈ ਨਾ, ਬਟ ਰਿਐਲਿਟੀ ਦੇ ਵਿੱਚ ਤੁਹਾਡੀ ਕੀ ਆ ਫਾਈਨੈਂਸ਼ੀਅਲ ਸਿਚੁਏਸ਼ਨ, ਮੇਰੀ ਕੀ ਫਾਈਨੈਂਸ਼ੀਅਲ ਸਿਚੁਏਸ਼ਨ, ਇੱਦਾਂ ਕਿਸੇ ਹੋਰ ਬਾਇਰ ਦੀ ਕੀ ਫਾਈਨੈਂਸ਼ੀਅਲ ਸਿਚੁਏਸ਼ਨ, ਬੇਸਡ ਅਪੋਨ ਦੈਟ ਆਪਾਂ ਲਾਈਫ ਦੇ ਰੀਅਲ ਡਿਸੀਜਨਸ ਬਣਾਉਣੇ ਹੁੰਦੇ ਹੈ ਨਾ। ਸੋ ਲੈਟਸ ਸੇ ਕੋਈ $200,000 ਇਨਕਮ ਕਰ ਰਿਹਾ ਹੈ ਨਾ, ਜਾਂ ਕੋਈ $500,000 ਇਨਕਮ ਕਰ ਰਿਹਾ, ਓਬਵੀਅਸਲੀ ਉਹਨਾਂ ਦੇ ਗੋਲਸ ਉਸ ਅਕੋਰਡਿੰਗ ਹੀ ਹੋਣੇ ਆ, ਚਾਹੇ ਲਾਈਫ ਦਾ ਰਹਿਣ ਦਾ ਸਟੈਂਡਰਡ ਆ, ਚਾਹੇ ਆਪਣੀ ਘਰ ਲੈਣ ਦਾ ਸਟੈਂਡਰਡ ਆ, ਜਾਂ ਇਨਵੈਸਟਮੈਂਟ ਦਾ, ਜਾਂ ਕੋਈ ਵੀ ਬਜਟ ਹੈ ਨਾ। ਸੋ ਆਈ ਵੁੱਡ ਸੇ whatever your affordability is, based upon that ਆਪਣੀ ਇਨਵੈਸਟਮੈਂਟ ਕਰ ਲਓ, ਹੈ ਨਾ। ਔਰ ਘਰਾਂ ਦੀ ਕੈਟਾਗਰੀਜ਼ ਵਿੱਚ ਆਪਣੇ ਕੋਲੇ ਜੇ ਆਪਾਂ ਕੈਨੇਡਾ ਦੇ ਵਿੱਚ ਕਿਤੇ ਵੀ ਆਪਾਂ ਇਨਵੈਸਟਮੈਂਟ ਕਰਦੇ ਹਾਂ ਜਾਂ ਫਰਸਟ ਟਾਈਮ ਬਾਏ ਕਰਦੇ ਹਾਂ, ਸੋ ਕੌਂਡੋਜ਼ ਦੀ ਜਿਹੜੀ ਪ੍ਰਾਈਸਿਸ ਆ ਸਭ ਤੋਂ ਘੱਟ ਹੁੰਦੇ। ਕੌਂਡੋਜ਼ ਕਹਿੰਦੇ ਨੇ ਜਿਹੜੀ ਹਾਈ ਰਾਈਜ਼ ਬਿਲਡਿੰਗਸ ਹੁੰਦੀਆਂ ਨੇ, ਹੈ ਨਾ। ਸੋ ਅਪਾਰਟਮੈਂਟਸ ਆ ਜਾਂਦੇ ਜਿਹੜੇ 5 to 6 ਸਟੋਰੀ ਬਿਲਡਿੰਗਸ। ਫਿਰ ਉਸ ਤੋਂ ਬਾਅਦ ਟਾਊਨ ਹਾਊਸਿਸ ਆ ਜਾਂਦੇ ਨੇ, ਉਹ ਥੋੜਾ ਜਿਹਾ ਉਹਨਾਂ ਦੇ ਸਾਈਡ ਜਿਹੜੀਆਂ ਵਾਲਸ ਹੁੰਦੀਆਂ ਨੇ ਇੱਕ ਦੂਜੇ ਨਾਲ ਅਟੈਚ ਹੁੰਦੀਆਂ ਨੇ, ਬਟ ਸਮ ਆਫ them ਆਰ ਸਿੰਗਲ ਸਟੋਰੀ, ਸਮ ਆਫ them ਆਰ 2 story ਟਾਊਨ ਹਾਊਸਿਸ। ਇੱਕ ਓਨਰਸ਼ਿਪ ਨੀਚੇ, ਇੱਕ ਓਨਰਸ਼ਿਪ ਉੱਪਰ, ਮੈਕਸ, ਰਾਈਟ। ਸੋ ਫਿਰ ਸਿੰਗਲ ਫੈਮਿਲੀ ਘਰ ਜਿੱਥੇ ਤੁਹਾਡੀਆਂ ਟੋਟਲੀ ਦੀਵਾਰਾਂ ਆਲੇ ਦੁਆਲੇ ਡੀਟੈਚ ਹੋ ਜਾਂਦੀਆਂ, ਤੁਹਾਡੇ ਕੋਲ ਲਾਟ ਏਰੀਆ ਵੀ ਆ ਜਾਂਦਾ, ਹੈ ਨਾ। ਸੋ ਐਨੀ ਇਨਵੈਸਟਮੈਂਟ ਔਰ ਐਨੀਥਿੰਗ ਵੇਅਰ ਯੂ ਵਾਂਟ ਟੂ ਸਟਾਰਟ ਫਰੋਮ as of today, I would say go into it. Do not wait for ਕਿ ਜਦੋਂ ਮੈਂ 15 ਲੱਖ ਦਾ ਘਰ ਅਫੋਰਡ ਕਰੂੰ ਤੇ ਮੈਂ ਉਦੋਂ ਹੀ ਘਰ ਲਵਾਂਗੀ। ਮੈਂ ਅੱਜ ਦੀ ਡੇਟ 'ਚ ਮੈਂ ਅੱਜ ਅਪਾਰਟਮੈਂਟ ਅਫੋਰਡ ਕਰ ਸਕਦੀ ਹਾਂ, ਬਟ ਆਈ ਐਮ ਨਾਟ ਗੋਇੰਗ ਇਨਟੂ ਅਪਾਰਟਮੈਂਟ ਬਿਕਾਜ਼ ਆਈ ਥਿੰਕ no I don't want to go into apartment। ਮੈਂ 15 ਲੱਖ ਜੇ ਨੈਕਸਟ ਈਅਰ ਤੱਕ 15 ਲੱਖ ਅਫੋਰਡ ਕਰ ਲਾਂ, ਮੈਂ ਉਦੋਂ 15 ਲੱਖ ਦੇ ਲਵਾਂਗੀ। ਅੱਜ ਮੈਂ 4 ਲੱਖ ਦਾ 5 ਲੱਖ ਦਾ ਅਪਾਰਟਮੈਂਟ ਨਹੀਂ ਲਵਾਂਗੀ। So I think this is where the people have done mistakes and people are still doing mistakes. Stepping into real estate, whenever you have the budget to start from the minimum, go into it. Do not wait for another year or 2 years to have the full dream ਕਿ ਮੈਂ ਡੀਟੈਚ ਘਰ ਹੀ ਲਵਾਂਗੀ ਜਦੋਂ ਲਵਾਂਗੀ, ਬਿਕੋਜ਼ ਜਦੋਂ ਤੱਕ ਤੁਸੀਂ ਉੱਥੇ ਜਾਣਾ ਆ ਤੁਹਾਡੇ ਅਪਾਰਟਮੈਂਟਸ ਵੀ ਮਹਿੰਗੇ ਹੋ ਚੁੱਕੇ ਆ। ਐਂਡ ਈਵਨ ਇਨ ਦ ਪਾਸਟ ਆਈ ਹੈਵ ਸੀਨ ਪੀਪਲ, ਜਦੋਂ ਉਹਨਾਂ ਨੂੰ ਕਹਿੰਦੇ ਸੀ ਅਸੀਂ ਵੀ ਅੱਜ ਤੁਸੀਂ ਟਾਊਨ ਹਾਊਸ ਲੈ ਸਕਦੇ, ਟਾਊਨ ਹਾਊਸ ਲੈ ਲਓ, ਹੈ ਨਾ, ਦੇ ਵਰ ਸੇਇੰਗ ਨੇ ਅਸੀਂ ਘਰ ਲੈਣਾ ਆ। 3 ਸਾਲਾਂ ਦੇ ਬਾਅਦ ਜਦੋਂ ਉਹ ਟਾਊਨ ਹਾਊਸਿਸ ਪ੍ਰਾਈਸ ਵੀ ਰੇਜ਼ ਕਰ ਗਈਆਂ, ਘਰ ਤਾਂ ਫਿਰ ਹੋਰ ਆਊਟ ਆਫ ਰੀਚ ਹੋਣ ਲੱਗ ਪਏ, ਦੈਨ ਦੇ ਹੈਵ ਟੂ ਐਂਡਡ ਅਪ ਬਾਇੰਗ ਸਮਥਿੰਗ, ਹੈ ਨਾ। ਉਹੀ ਜਿਹੜੀ 3 ਸਾਲ ਡਿਲੇ ਕਰ ਲਏ ਉਹਦੇ ਵਿੱਚ $1.5 ਲੱਖ, $2 ਲੱਖ, $3 ਲੱਖ ਵੀ ਹੁਣ ਇਹਨਾਂ ਦਿਨਾਂ ਦੇ ਵਿੱਚ ਆਪਣੇ 6 ਮਹੀਨੇ 3 ਲੱਖ ਪ੍ਰਾਪਰਟੀ ਐਪਰੀਸ਼ੀਏਟ ਕੀਤੀਆਂ, ਹੈ ਨਾ। ਸੋ whatever the reasons are behind the property prices, nobody knows, it's out of control right now, right? But again, the buyer is the one who suffers to pay for those prices, right? ਜੈਸ ਕਿਤੇ ਨਾ ਕਿਤੇ ਲੋਕਾਂ ਨੂੰ ਇਸ ਚੀਜ਼ ਦਾ ਵੀ ਧਿਆਨ ਰੱਖਣਾ ਪੈਂਦਾ, ਕੋਈ ਵੀ ਘਰ ਲੈਣਾ ਹੈ ਤਾਂ ਵੀ ਇਸ ਵੇਲੇ ਜਿਹੜੇ ਪ੍ਰਾਈਸ ਨੇ, ਮਾਰਕੀਟ ਕਿੱਥੇ ਜਾ ਰਹੀ ਹੈ, ਪ੍ਰਾਈਸ ਅਪ ਜਾ ਰਹੇ ਨੇ ਜਾਂ ਡਾਊਨ ਜਾ ਰਹੇ ਨੇ, ਕਿ ਇਹ ਵੀ ਇੱਕ ਅਹਿਮ ਹੁੰਦਾ ਹੈ। ਕਈ ਵਾਰੀ ਸਾਨੂੰ ਵੀ ਕੁਐਸਚਨ ਪੁੱਛਿਆ ਜਾਂਦਾ ਆ, should we wait or should we buy? Exactly. ਹੈ ਨਾ। So even to me, I don't have the right answer to give. Like, should you wait or should you not wait? है ना? Because the ਜਿਹੜਾ ਆ statistics ਦੱਸ ਰਹੇ ਨੇ, market prices in BC never went down, unless otherwise big crash would happen for anything big happened, or let's say ਕੋਈ ਹੁਣ ਚਿਲਾਵੈਕ ਫਲੱਡਸ ਆਏ ਆ, ਹੈ ਨਾ। ਸੋ ਚਿਲਾਵੈਕ ਤੋਂ ਅੱਗੇ ਸੌਰੀ ਹੋਪ ਦੇ ਕੋਲੇ ਫਲੱਡਸ ਆਏ ਨਾ। ਸੋ ਹੁਣ obviously ਹੁਣ ਲੋਕਾਂ ਦੇ ਦਿਮਾਗ 'ਚ ਕਾਫੀ ਸਾਲ ਫਿਰ ਰਹੇਗਾ ਕਿ you know to think about ਕਿ ਹੋਪ 'ਚ ਮੂਵ ਹੋਇਆ ਜਾਵੇ ਕਿ ਕੀ ਕੀਤਾ ਜਾਵੇ, ਹੈ ਨਾ। Otherwise it was growing as usual, like with the as it was growing in Abbotsford, as it was growing in Chilliwack, so hope was growing at the same kind of pace, but ਹੁਣ ਥੋੜਾ ਜਿਹਾ ਲੋਕਾਂ ਨੂੰ ਇਹ ਚੀਜ਼ਾਂ ਦਾ ਹੋਏਗਾ। Otherwise as per your question ਕਿ
what was your question again? ਮਾਰਕੀਟ ਦਾ ਖਿਆਲ ਰੱਖਣਾ ਪੈਂਦਾ, ਮਾਰਕੀਟ ਅਪ ਜਾ ਰਹੀ ਹੈ down। ਹਾਂ ਮਾਰਕੀਟ ਅਪ ਜਾ ਰਹੀ ਡਾਊਨ ਇਟਸ ਨੋ ਇਨ ਨੋਬਡੀਜ਼ ਕੰਟਰੋਲ। ਇਹਨੂੰ ਦੋ ਚੀਜ਼ਾਂ ਅਫੈਕਟ ਕਰਦੀਆਂ, ਇੱਕ ਤੇ ਮੀਡੀਆ ਨਿਊਜ਼ਸ। ਐਗਜ਼ੈਕਟਲੀ ਬਿਲਕੁਲ। ਅੱਜ ਕੋਈ ਮੀਡੀਆ ਨਿਊਜ਼ ਆ ਜਾਂਦਾ ਵੀ ਫਲਾਣੇ ਥਾਂ ਘਰ ਇੰਨੇ ਦਾ ਵਿਕ ਗਿਆ, ਐਂਡ ਉਹਦੇ ਕਈ ਵਾਰੀ ਸਟੈਟਸ ਵੀ ਪ੍ਰੋਪਰ ਨਹੀਂ ਹੁੰਦੇ। ਲੈਟਸ ਸੇ ਜੇ ਮੀਡੀਆ ਨੇ ਕੁਛ ਲਾਸਟ ਕਾਫੀ ਟਾਈਮ ਦੀ ਗੱਲ ਹੈ, ਉਹਨਾਂ ਨੇ ਨਿਊਜ਼ ਦਿੱਤੀ ਸੀਗੀ, ਆਈ ਵੁੱਡ ਨਾਟ ਨੇਮ ਦਾ ਮੀਡੀਆ ਨੇਮ ਰਾਈਟ ਨਾਓ, ਬਟ ਉਹਨਾਂ ਨੇ ਕਿਹਾ ਸੀਗਾ ਵੀ ਰੈਂਚਰ ਸਰੀ ਦੇ ਵਿੱਚ 9.5 ਲੱਖ ਦਾ ਵਿਕ ਗਿਆ ਹੈ ਨਾ। And rancher means single family home, like single story, 3 bedroom, 1 bathroom, or 2 bedroom, 1 bathroom, just on the main level. But in reality, ਉੱਥੇ about ਮੇਰੇ ਖਿਆਲ 45 ਆਫਰਸ ਸੀਗੀਆਂ, but it was a 2-story home, ਜਿੱਥੇ ਥੱਲੇ ਪੂਰਾ ਉਹਨਾਂ ਨੇ ਸ਼ੈਲੋ ਸੀਗਾ, ਜਿੱਥੇ ਕੋਈ 30-40 ਡਾਲਰ ਦੀ ਪੈਸੇ ਲਾ ਕੇ, ਤਾਂ it was fully a livable space ਨੀਚੇ, nobody counted it, ਹੈ ਨਾ। ਉਹਦੇ ਨਾਲ ਕੀ ਹੋ ਗਿਆ, everybody have the trigger in a mind ਕਿ ਸਰੀ ਰੈਂਚਰ ਦੀ ਇੰਨੀ ਪ੍ਰਾਈਸ ਹੋ ਗਈ, and it was a big huge lot, ਤੇ it was near the commercial neighborhood, and people think ਕਿ commercial obviously ਜ਼ਿਆਦਾ grow ਕਰੇਗਾ in future, but again it was a half news, ਹੈ ਨਾ। ਸੋ ਕਈ ਵਾਰੀ half news ਜਿਹੜੀ ਆ ਉਹ ਜ਼ਿਆਦਾ ਇਨਫਲੂਐਂਸ ਕਰ ਦਿੰਦੀ ਲੋਕਾਂ ਨੂੰ। ਸੈਕੰਡਲੀ ਜਿਹੜੀ ਮਾਰਕੀਟ ਪ੍ਰਾਈਸ is relative to the mortgage rates, ਜਦੋਂ ਮਾਰਕੀਟ ਰੇਟਸ ਜਿੰਨੇ ਲੋਅਰ ਹੋਈ ਜਾਣਗੇ, ਮਾਰਕੀਟ ਉਨੀ ਹਾਈਕ ਕਰੀ ਜਾਏਗੀ। ਜਿਵੇਂ ਹੀ ਲੈਟਸ ਸੇ ਕੈਨੇਡਾ, ਬੈਂਕ ਆਫ ਕੈਨੇਡਾ ਨੇ ਕੋਈ ਅਨਾਉਂਸਮੈਂਟ ਕਰਤੀ ਕਿ ਯੂਜਲੀ ਉਹ 0.25% ਕਦੇ ਘਟ ਗਿਆ, ਕਦੇ ਹੋਰ ਘਟ ਗਿਆ, ਤੇ ਉਹਦੇ ਨਾਲ ਕੀ ਹੁੰਦਾ, ਮਾਰਕੀਟ ਜਿਹੜੀ ਇਨਫਲੂਐਂਸ ਹੋ ਕੇ ਹੋਰ ਉੱਪਰ ਚਲੀ ਜਾਂਦੀ ਹੈ ਨਾ। ਸੋ ਅਗਰ ਐਸੇ ਤਰ੍ਹਾਂ ਕੋਈ ਰੇਟ ਅਪ ਚਲਾ ਜਾਂਦਾ ਆ, ਸੋ ਦੈਟ ਵਿਲ ਡੈਫੀਨਿਟਲੀ ਬ੍ਰਿੰਗ ਦ ਪ੍ਰਾਈਸ ਸਲਾਈਟਲੀ ਡਾਊਨ, ਬਿਕੋਜ਼ ਮਾਰਗੇਜ ਅਪਰੂਵਲਸ ਉਹਦੇ ਨਾਲ ਘੱਟ ਹੋਣਗੀਆਂ, ਐਂਡ ਲੋਕਾਂ ਨੂੰ ਡੈਫੀਨਿਟਲੀ ਪ੍ਰਾਈਸ ਐਡਜਸਟਮੈਂਟਸ ਦੇਣੀਆਂ ਪੈਣਗੀਆਂ ਜੀ, ਹੈ ਨਾ। ਸੋ ਤੁਸੀਂ ਰੀਅਲਟਰ ਹੋ, ਤੁਸੀਂ ਮਾਰਗੇਜ ਅਪਰੂਵਲ ਦੇ ਵਿੱਚ ਕੋਈ ਹੈਲਪ ਕਰਦੇ ਹੋ? I do have the connections. I don't carry the mortgage license, but we refer to the right people who I can fully trust, and they are working directly with the banks. So let's say je ਕਿਸੇ ਦਾ ਅਕਾਊਂਟ TD ਬੈਂਕ ਨਾਲ ਹੈ, ਸੋ ਵੀ ਸੇਡ ਲੈਟਸ ਜਸਟ ਟਰਾਈ ਵਿਦ ਦ TD ਫਰਸਟ ਐਂਡ ਸੀ, ਬਿਕਾਜ਼ ਉਹਨਾਂ ਕੋਲ ਤੁਹਾਡੀਆਂ ਪੇ ਚੈਕਸ, ਡਿਪੋਜ਼ਿਟਸ ਗਏ ਨੇ, ਸਾਰਾ ਕੁਝ ਹੋਇਆ ਆ। ਸੋ ਆਈ ਕਨੈਕਟ ਵਿਦ ਦ ਰਾਈਟ ਪੀਪਲ ਹੂ ਆਰ very experienced, and they know how to put the file together rather than getting it declined once। ਇੱਕ ਵਾਰੀ ਫਾਈਲ ਸਬਮਿਟ ਆਪਾਂ ਕਿਸੇ ਬੈਂਕ ਕੋ ਕਰ ਦਿੱਤੀ, ਇੱਕ ਵਾਰੀ ਡਿਕਲਾਈਨ ਹੋ ਕੇ ਆ ਗਈ, ਫਿਰ ਆਪਾਂ ਉਹਨੂੰ ਕੋ ਫਿਰ ਐਕਸਪਰਟ ਕੋ ਲੈ ਕੇ ਜਾਵਾਂਗੇ, ਉਹਦੀ ਉਨੀ ਵੈਲਿਊ ਹੋਣੀ ਨਹੀਂ, ਹੈ ਨਾ। ਰਿਵਿਊ ਕਰਾਵਾਂਗੇ, ਉਹਦੀ ਉਨੀ ਵੈਲਿਊ। ਪਹਿਲੀ ਵਾਰੀ ਫਾਈਲ ਸਬਮਿਟ ਹੋਈ, ਜੇ ਉਦੋਂ ਆਪਣੀ ਅਪਰੂਵਲ ਆ ਜਾਏ, that's the best thing to happen ਜੀ। ਸੋ ਬਾਇਰਸ ਜਿਹੜੇ ਨੇ ਉਹ ਕੰਟਰੈਕਟ ਜੇ ਲਿਖਦੇ ਵੀ ਨੇ, ਤਾਂ ਕੰਟਰੈਕਟ ਲਿਖਣ ਲੱਗੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ? Obviously, ਜਿਹੜੇ investors ਨੇ, the one who are experts, they know their game very well when they're writing the contract, right? So even when they're writing a cash offer, they know they have a backup for the financials and everything. ਜੇ ਕੁਛ just in case ਕਿਤੇ ਘਟਦੇ ਵੱਧਦੇ ਆ, they can cover that up. But for the first time buyers, I would say more about where they're buying, title search ਦੇ ਬਾਰੇ ਸਾਰੀ ਜਾਣਕਾਰੀ ਉਹਨਾਂ ਨੂੰ ਹੋਵੇ, ਔਰ ਲੋਕੇਸ਼ਨ ਬਾਰੇ ਜਾਣਕਾਰੀ ਹੋਵੇ, ਨੇਬਰਹੁੱਡ ਸਕੂਲਿੰਗ ਦਾ ਰੇਟਸ ਵੀ ਮੈਟਰ ਕਰਦਾ ਆ ਇਨ ਫਿਊਚਰ ਤੁਸੀਂ ਸੇਲ ਕਰਦੇ ਹੋ, ਔਰ ਅੰਡਰਲਾਈਨ ਕੋਈ ਉਹਦੇ ਵਿੱਚ ਕਈ ਵਾਰੀ ਹੁੰਦੀਆਂ ਈਜ਼ਮੈਂਟਸ ਹੁੰਦੀਆਂ ਆ, ਸੋ ਉਹ ਦੇਖਿਆ ਜਾਵੇ। ਮੈਨੀ ਟਾਈਮਸ ਵਾਟ ਹੈਜ਼ ਹੈਪਨਡ ਇਨ ਅ ਪਾਸਟ ਦੈਟ ਆਈ ਹੈਵ ਹਰਡ ਕਿ ਰੀਅਲਟਰਸ ਨੇ ਪ੍ਰਾਪਰਟੀਆਂ ਲਾਈਆਂ ਤੇ ਉਹਨਾਂ ਨੇ ਵਰਬਲੀ ਕਹਿਤਾ ਕਿ ਇੱਥੇ 3 ਸਟੋਰੀ ਘਰ ਬਣਦਾ ਆ। ਹੁਣ ਕੋਈ ਬਾਇਰ ਨੇ ਮੈਨੂੰ ਕਿਹਾ ਕੰਟਰੈਕਟ ਲਿਖ ਦੇ, ਔਰ ਇਫ ਆਈ ਹੈਵ ਨਾਟ ਡਨ ਮਾਈ ਡਿਊ ਡਿਲੀਜੈਂਸ ਅਬਾਊਟ ਦ 3 ਸਟੋਰੀ ਹੋਮ, ਐਂਡ ਮੈਂ ਉਹਨਾਂ ਨੂੰ ਜਸਟ ਬਿਕਾਜ਼ ਦਾ ਸੈਲਰਸ ਰਿਲੇਟਡ ਟਰਸਟ, ਮੈਂ ਉਹਨਾਂ ਦਾ ਕੰਟਰੈਕਟ ਲਿਖਤਾ ਕਿ 3 ਸਟੋਰੀ ਘਰ ਬਣਦਾ ਹੈ, ਬਟ ਸਾਨੂੰ ਟਰਬਲ ਆ ਗਈ ਬਾਅਦ ਦੇ ਵਿੱਚ ਕਿ ਉੱਥੇ ਬਣ ਹੀ ਨਹੀਂ ਰਿਹਾ। ਸੋ that is the misguidance from the buyer's realtor, I would say. And in the real estate, we don't take the words. I would do my homework. Hana, let's say Sherry, you're representing the seller side, Hana, and you are giving me all the information, whatever you would have, and I cannot take your words. ਮੈਨੂੰ ਆਪਣਾ ਹੋਮਵਰਕ ਆਪ ਕਰਨਾ ਚਾਹੀਦਾ, ਬਿਕਾਜ਼ ਬਾਇਰ ਨੇ ਮੈਨੂੰ ਹਾਇਰ ਕੀਤਾ ਆ ਟੂ ਡੂ ਦਾ ਵਰਕ। ਐਗਜ਼ੈਕਟਲੀ, ਹੈ ਨਾ। ਸੋ ਜੇ ਉਹਨੇ ਸੈਲਰ ਦੇ ਰੀਅਲਟਰ ਤੇ ਟਰਸਟ ਕਰਨਾ ਸੀ, ਫਿਰ ਉਹ ਸੈਲਰ ਦੇ ਰੀਅਲਟਰ ਤੋਂ ਕਰਵਾ ਲੈਂਦਾ, ਫਿਰ ਮੇਰੇ ਕੋਲੇ ਆਉਣ ਦੀ ਜ਼ਰੂਰਤ ਨਹੀਂ ਸੀਗੀ, ਹੈ ਨਾ। ਸੋ ਆਬਵੀਅਸਲੀ whatever you are hired for, do your work properly. As a realtor, I would say if I am working with the buyer, I would definitely go through everything that I would go through for myself. ਜੀ। ਸੋ ਜਿਹੜੇ ਖਰੀਦਣ ਵਾਲੇ ਤੁਹਾਡੀਆਂ ਸੇਵਾਵਾਂ ਜਾਇਜ਼ ਲੈਣਾ ਚਾਹੁੰਦੇ ਨੇ, ਸੋ ਤੁਹਾਡੀਆਂ ਸੇਵਾਵਾਂ ਜਿਹੜੀਆਂ ਨੇ ਉਹ ਕਿਵੇਂ ਲੈ ਸਕਦੇ ਨੇ?
definitely they can contact me directly, ਓਕੇ and I think ਔਰ numbers ਕੀ coming ਸੋਚ on ਕੇ the ਤੁਹਾਡੀਆਂ ਸੇਵਾਵਾਂ ਲੈਣ ਕਿ ਕੀ ਜੈਜ਼ ਸੋਚ ਕੇ? ਕੰਗ ਕੋਲ ਅਗਰ ਜਾਣਾ ਹੈ ਤਾਂ ਕਿਉਂ ਲੋਕ ਜੈਜ਼ ਕੰਗ ਕੋਲ ਆਣਗੇ? I would say I have been doing this real estate business since 2006, and I remember when I was first in the market, I was a newbie as well, जी. and I had to call my experienced realtor when I was writing my first contract to know exactly what to do, what should I get signed, or what should I look at before I would, write a contract. है ना? ਚਾਰजेस ਤੁਸੀਂ ਕੀ ਆਪਣਾ ਰੱਖਦੇ ਹੋ? That's a very funny question, Exactly. or very very realistic question. Exactly. When the buyers comes to me, when they are looking to buy something, there is no charges for the buyers. Okay. Many of people who are moved from Europe or from India, they have the thing in the mind that if they're buying something that they have to pay, ਉਹਨਾਂ ਨੂੰ Yeah. pay ਕਰਨਾ ਪੈਣਾ ਹੈ ਆਪਣੀ pocket ਚੋਂ ਕਿ ਜੇ ਉਹਨਾਂ ਦਾ realtor ਨਾਲ ਜਾਂਦਾ ਆ. But in North America ਦਾ ਸਾਰਿਆਂ ਦਾ same rule ਆ ਕਿ ਜਿਹੜਾ seller ਆ ਉਹ ਪੇ ਕਰਦਾ ਬਾਇਰ ਦੇ ਏਜੰਟ ਨੂੰ ਵੀ ਤੇ ਸੈਲਰ ਦੇ ਏਜੰਟ ਨੂੰ ਵੀ. ਸੋ ਬਾਇਰ ਨੂੰ ਬੇਸਿਕਲੀ ਕੋਈ ਕਾਸਟ ਨਹੀਂ ਕਰਦਾ, ਕੁਝ ਵੀ ਕਾਸਟ ਨਹੀਂ ਕਰਦਾ ਜੇ ਉਹ ਇੱਕ ਆਪਣਾ ਰੀਅਲਟਰ ਨੂੰ ਲੈ ਕੇ ਉਹ ਤੋਂ ਗਾਈਡੈਂਸ ਲੈ ਕੇ ਦੈਨ ਦੇ ਸਟੈਪ ਇਨਟੂ ਟੂ ਬਾਈ ਸਮਥਿੰਗ. ਈਵਨ ਦ ਫਰਸਟ ਟਾਈਮ ਬਾਇੰਗ ਆ, ਤੁਹਾਡੀ ਇਨਵੈਸਟਮੈਂਟ ਆ, ਜਾਂ ਤੁਸੀਂ ਬਾਹਰ ਬੈਠੇ ਕੁਝ ਇੱਥੇ BC 'ਚ ਬਾਏ ਕਰਨਾ ਚਾਹੁੰਦੇ ਹੋ, ਇਟਸ ਆਲਵੇਜ਼ ਬੈਸਟ ਥਿੰਗ ਟੂ ਹੈਵ ਯੂਰ ਓਨ ਰੀਅਲਟਰ ਬਿਕਾਜ਼ it's costing you nothing. ਓਕੇ ਸੋ ਟਾਈਟਲ ਸਰਚ ਜਸ ਕੀ ਹੁੰਦਾ ਹੈ? ਇਸ ਬਾਰੇ ਜਿਹੜਾ ਬਾਇਰਸ ਹੈ ਕਿੰਨੀ ਕੁ ਉਹਨਾਂ ਨੂੰ ਜਾਣਕਾਰੀ ਹੁੰਦੀ ਹੈ ਟਾਈਟਲ ਸਰਚ ਬਾਰੇ? I think first time buyers ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਹੁੰਦਾ. So in Canada every property is registered with the land title office ਔਰ ਉਹਦਾ PID ਨੰਬਰ ਹੁੰਦਾ ਆ property ਦਾ. every single even though apartment buildings ਦੇ ਵੀ ਆਪਣੇ ਆਪਣੇ PID numbers ਹੁੰਦੇ ਨੇ ਹਨਾ. So but when you're buying a let's say single family homes, ਉਹਦੇ ਵਿੱਚ ਫਿਰ ਕਾਫੀ ਕੁਝ ਆ ਜਾਂਦਾ. ਤੁਹਾਡੀਆਂ ਜ਼ਮੀਨ ਦੇ ਵਿੱਚ ਅਗਰ ਕੋਈ ਸਿਟੀ ਨੇ ਕੋਈ ਰਜਿਸਟਰਡ ਕੀਤਾ ਹੋਇਆ, ਰਾਈਟ ਆਫ ਵੇ ਕੀਤਾ ਹੋਇਆ ਆ, ਉਹ ਤੁਹਾਡੀ ਪ੍ਰਾਪਰਟੀ ਲਾਈਨ ਤੋਂ ਕਿੰਨੇ ਫੁੱਟ ਅੰਦਰ ਆ ਰਿਹਾ ਆ, ਜਾਂ ਤੁਹਾਡੀ ਉਹ ਪ੍ਰਾਪਰਟੀ ਦੀ ਫਿਊਚਰ ਡਿਵੈਲਪਮੈਂਟ ਨੂੰ ਕਿਵੇਂ ਅਫੈਕਟ ਕਰ ਸਕਦਾ ਆ. ਸੋ ਇਹ ਚੀਜ਼ਾਂ ਬਾਇਰ ਦੇ ਰੀਅਲਟਰ ਨੇ ਦੇਖਣੀਆਂ ਹੁੰਦੀਆਂ ਆ. ਇਫ ਯੂ ਇਗਨੋਰ ਇਟ that can cost a huge money later on the road for the buyer, because the realtor ne ta main ta aaj kisi nu ghar bechta hai na, I will be out of the deal if the deal is completing in December, right? So मान लो उस बंदे ने मुड़ के 1.5 साल बाद दोबारा फिर कुछ लैके पेपर गया कि मैं नवी कंस्ट्रक्शन करनी है, then they figure it out ਉੱਥੇ ਤਾਂ 12 ਫੁੱਟ ਦਾ ਅੰਦਰ ਈਜ਼ਮੈਂਟ ਆ. ਸੋ ਉਹਨੇ ਜਿਹੜੀ ਕੰਸਟਰਕਸ਼ਨ ਸੋਚੀ ਸੀ ਮੈਂ ਇਹਦੇ ਵਿੱਚ ਆ ਕਰਨਾ ਆ, ਉਹ ਤਾਂ ਫੁੱਲਫਿਲ ਨਹੀਂ ਹੋਣੀ, right? So many things are important for the down on the road, so it has to be done before ਜਿਹੜਾ ਡਿਪੋਜ਼ਿਟ ਹੈ ਸੈਲਰ ਕੋਲੇ ਜਾਵੇ. ਜੀ ਸੋ ਜੈਜ਼ ਇਸ ਦੇ ਨਾਲ ਹੀ ਜਿਹੜੇ ਲਾਟ ਲੈ ਕੇ ਜਿਹੜੇ ਕੰਸਟਰਕਸ਼ਨ ਕਰਦੇ ਨੇ ਉਹਨਾਂ ਵਾਸਤੇ ਕੀ ਐਡਵਾਈਸ ਜਿਹੜੀਆਂ ਨੇ ਉਹ ਹੁੰਦੀਆਂ ਨੇ? ਵੈਸੇ ਸਾਡਾ ਬਿਲਡਰ ਭਾਈਚਾਰਾ ਪਹਿਲੇ ਬੜਾ ਐਕਸਪਰਟ ਆ, they don't need any advice, but newbies ਨੂੰ ਮੈਂ ਇਹ ਕਹਿ ਸਕਦੀ ਦਾ people ਜਿਹੜੇ ਕੰਸਟਰਕਸ਼ਨ ਬਿਜ਼ਨਸ 'ਚ ਆਉਣਾ ਚਾਹੁੰਦੇ ਨੇ, do your math backward. ਸੋ ਲੈਟਸ ਸੇ ਜੇ ਲਾਟ ਦੀ ਕੀਮਤ ਆਪਾਂ ਅੱਜ $1 million ਦੀ ਲੈ ਕੇ ਚੱਲੀਏ ਹੈ ਨਾ, ਤੇ ਉਹਦੇ ਤੇ ਸਾਡੀ ਕੰਸਟਰਕਸ਼ਨ ਕਾਸਟ ਨੀਅਰ ਅਬਾਊਟ $500,000 ਆ ਰਹੀ ਆ. ਸੋ ਜੇ ਉਹਦੀ ਮਾਰਕੀਟ ਪ੍ਰਾਈਸ 1.7 1.8 ਹੈ, ਡੈਫੀਨਿਟਲੀ ਇਟਸ ਵਰਥ ਇਟ. ਬਟ ਜੇ ਤੁਸੀਂ ਹੁਣ $1 million ਦੀ ਜਿਹੜੀ ਚੀਜ਼ ਆ ਉਹਨੂੰ 1.2 ਦੀ ਜਾਂ 1.3 ਦੀ ਲੈ ਰਹੇ ਹੋ, ਤੇ ਕੰਸਟਰਕਸ਼ਨ ਕਾਸਟ ਉੱਤੇ $5 ਲੱਖ ਪਾ ਕੇ ਹੁਣ ਤੁਸੀਂ ਚਾਹੁੰਦੇ ਹੋ ਚੋਂ ਪੈਸੇ ਕੱਢਣੇ, ਅਨਲੈਸ ਮਾਰਕੀਟ ਇਜ਼ ਕੀਪ ਗਰੋਇੰਗ, ਕੰਟੀਨਿਊ ਗਰੋਇੰਗ ਐਜ਼ ਇਟ ਵਾਜ਼ ਲਾਈਕ ਫਰਮ ਲਾਸਟ 2 years ਕੰਟੀਨਿਊਸਲੀ, ਫਿਰ ਤਾਂ ਚਲੋ ਲੱਗ ਗਈ ਬਹੁਤ ਵਧੀਆ ਹੈ ਨਾ. ਬਟ ਲੈਟਸ ਸੇ ਮਾਰਕੀਟ ਨੇ ਗਰੋਥ ਸਟਾਪ ਕਰਤੀ, ਪਾਜ਼ ਕਰਤੀ ਹੈ ਨਾ, ਜਾਂ ਡਾਊਨਵਰਡ ਚਲੀ ਗਈ 6 months ਔਨ ਦਾ ਰੋਡ ਜਦ ਤੱਕ ਤੁਸੀਂ ਕੰਸਟਰਕਸ਼ਨ ਫਿਨਿਸ਼ ਕਰਦੇ ਹੋ, who would cover those expenses ਜਿਹੜੇ ਤੁਸੀਂ ਆਲਰੇਡੀ ਪੇ ਕਰ ਚੁੱਕੇ ਹੋ, ਲਾਟ ਪੇ ਕਰ ਚੁੱਕੇ ਹੋ, ਲਾਟ ਦੇ ਪੇ ਕਰ ਚੁੱਕੇ ਹੋ, ਕੰਸਟਰਕਸ਼ਨ ਕਾਸਟ ਪੇ ਕਰ ਚੁੱਕੇ ਹੋ. ਤੇ ਸੋ that's what I have learned ਕਿ ਬੈਕਵਰਡ ਮੈਥ ਕਰ ਲਓ, ਕਿੰਨੀ ਦੀ ਲਾਟ ਲੈ ਰਹੇ ਹੋ ਤੇ ਕਿੰਨੀ ਕੰਸਟਰਕਸ਼ਨ ਕਾਸਟ ਉੱਪਰ ਆ ਰਹੀ ਆ ਤੇ ਅੱਜ ਦੀ ਮਾਰਕੀਟ ਪ੍ਰਾਈਸ ਕੀ ਆ, ਸੋ that would be your profit. ਸੋ ਜਿਹੜੇ ਨਵੇਂ ਜਜ਼ ਰੀਅਲਟਰਸ ਨੇ ਉਹਨਾਂ ਵਾਸਤੇ ਕੀ ਟਿਪਸ ਐਂਡ ਐਡਵਾਈਸ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ? ਬਹੁਤ ਸਾਰੇ ਨਵੇਂ ਕੁੜੀਆਂ ਮੁੰਡੇ ਰੀਅਲ ਸਟੇਟ ਫੀਲਡ 'ਚ ਆ ਰਹੇ ਨੇ, ਐਂਡ ਆਈ ਐਮ ਵੈਰੀ ਹੈਪੀ ਟੂ ਸੀ them. ਜਦੋਂ ਸਪੈਸ਼ਲੀ ਮੇਰੀ ਕਮਿਊਨਿਟੀ 'ਚੋਂ ਲੋਕੀ ਆ ਕੇ ਮੁੰਡੇ ਕੁੜੀਆਂ ਆਉਂਦੇ ਨੇ, ਆਈ ਐਮ ਵੈਰੀ ਹੈਪੀ ਫॉर ਯੂ ਦੈਟ ਯੂ ਆਰ ਕਮਿੰਗ ਇਨ ਦ ਮਾਰਕੀਟ. ਕਈ ਵਾਰੀ ਮੈਨੂੰ ਕਾਲਸ ਵੀ ਆ ਜਾਂਦੀਆਂ ਕਿ ਆਈ ਐਮ ਗੈਟਿੰਗ ਮਾਈ ਲਾਇਸੈਂਸ, ਹਾਊ ਕੈਨ ਆਈ ਡੂ ਇਟ? ਆਈ ਜਸਟ ਗਾਈਡ them. ਸੌਡਰ ਬਿਜ਼ਨਸ ਕਾਲਜ UBC ਦੀ ਸਾਈਟ ਤੇ ਜਾ ਕੇ ਤੁਸੀਂ ਰਜਿਸਟਰ ਕਰ ਸਕਦੇ ਹੋ ਕੋਰਸ, ਤੁਸੀਂ ਲੈਂਦੇ ਹੋ ਲਾਇਸੈਂਸ, ਤੇ
just be honest with your client. Just tell them what you know by heart is good for them. Simple as that. ਜੀ ਜਸ ਤੁਸੀਂ ਕਿਹੜਾ ਏਰੀਆ ਜ਼ਿਆਦਾਤਰ ਕਵਰ ਕਰਦੇ ਹੋ ਜੇ ਲੋਕਾਂ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤੁਹਾਡੇ ਨਾਲ ਰਾਬਤਾ ਕਾਇਮ ਕਰਨਾ ਹੋਵੇ ਤਾਂ I live in Surrey, so obviously ਜਿਹੜੀ ਤੁਹਾਡਾ easy commute ਹੁੰਦਾ ਜਿੱਥੇ ਤੁਸੀਂ ਰਹਿ ਰਹੇ ਹੋ ਉਹ ਮੇਰੇ ਵਾਸਤੇ Surrey, Delta, Langley, up in Lower Mainland ਸਾਰਾ ਜਿੱਥੇ ਤੱਕ ਚਲਾਵਕ ਤੱਕ ਆਪਾਂ ਚਲੇ ਜਾਂਦੇ ਆ ਹਨਾ ਸੋ up to Burnaby, Vancouver ਏਰੀਆ ਮੈਂ ਕਵਰ ਕਰ ਲੈਂਦੀ ਹਾਂ ਬੜੇ ਆਰਾਮ ਨਾਲ ਬਿਕਾਜ਼ ਆਪਣੀ ਸੈਂਟਰ 'ਚ ਲੋਕੇਸ਼ਨ ਆ ਜਾਂਦੀ ਹੈ ਸਾਡੇ ਵਾਸਤੇ ਇੱਧਰ ਜਾਣਾ ਤੇ ਉੱਧਰ ਜਾਣਾ ਇਟਸ ਮਚ ਈਜ਼ੀਅਰ ਹੈ ਨਾ ਸੋ ਇਸ ਤੋਂ ਇਲਾਵਾ ਇੱਕ ਹੋਰ ਸਵਾਲ ਜਿਹੜਾ ਕਿ ਸ਼ਾਇਦ ਬਹੁਤ ਇੰਟਰਸਟਿੰਗ ਹੈ ਹਰ ਕਿਸੇ ਦੇ ਦਿਮਾਗ 'ਚ ਹੁੰਦਾ ਪਰ ਪੁੱਛਦੇ ਬਹੁਤ ਘੱਟ ਲੋਕ ਹੈ ਪਰ ਮੈਂ ਤੁਹਾਨੂੰ ਜ਼ਰੂਰ ਪੁੱਛਾਂਗੀ ਜ਼ਰੂਰ ਜਿਹੜੇ ਜ਼ਿਆਦਾਤਰ ਪੰਜਾਬੀ ਹੈ ਉਹ ਰੀਅਲ ਏਸਟੇਟ ਦੇ ਵੱਲ ਹੀ ਜ਼ਿਆਦਾ ਕਿਉਂ ਅਟਰੈਕਟ ਹੁੰਦੇ ਨੇ ਕਿਉਂਕਿ ਮੈਨੂੰ ਲੱਗਦਾ ਘਰ ਘਰ ਦੇ ਵਿੱਚ ਜੋ ਇੱਥੇ ਅਸੀਂ ਦੇਖਦੇ ਹਾਂ BC ਦੀ ਮਾਰਕੀਟ ਜਾਂ ਐਨੀਵੇਅਰ ਕਿਤੇ ਵੀ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਰੀਅਲ ਏਸਟੇਟ ਦੇ ਵਿੱਚ ਸਾਰੇ ਪੈਰ ਰੱਖਦੇ ਨੇ ਇਹਦੇ ਵਾਸਤੇ ਇਹ ਵੀ ਹੈ ਕਿ ਸ਼ਾਇਦ ਹੋ ਸਕਦਾ ਤੁਹਾਡੀ ਕਈ ਗੱਲ ਜਿਹੜੀ ਹੈ ਉਹ ਕਈ ਜਿਹੜੇ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਦੇ ਮਾਈਂਡ ਕਲੀਅਰ ਕਰ ਦੇਵੇ ਤੇ ਕਈ ਜਿਹੜੇ ਇੱਧਰ ਸੋਚਦੇ ਵੀ ਨਹੀਂ ਹੈ ਉਹਨਾਂ ਨੂੰ ਵੀ ਕਲੀਅਰੈਂਸ ਮਿਲ ਵੀ ਹਾਂ ਇੱਧਰ ਵੱਲ ਨੂੰ ਧਿਆਨ ਦੇਣਾ ਚਾਹੀਦਾ ਹੈ ਬਿਲਕੁਲ ਆਈ ਥਿੰਕ ਫਿਊ ਇੰਡਸਟਰੀਜ਼ ਹੈਗੀਆਂ ਜਿਹੜੀਆਂ ਕਾਫੀ ਪੰਜਾਬੀਆਂ ਨੇ ਲਈਆਂ ਹੋਈਆਂ ਨੇ ਹਨਾ ਜਦੋਂ when I first started there were not many ladies realtor from our community ਹਨਾ ਜਦੋਂ ਮੈਂ 2006 ਲਾਇਸੈਂਸ ਲਿਆ I was maybe few of them and ਹੁਣ ਮੈਂ ਕਾਫੀ ਕੁੜੀਆਂ ਪੰਜਾਬੀ ਕੁੜੀਆਂ ਦੇਖ ਰਹੀ ਹਾਂ ਕਿ they are in a real estate market and attract ਕੀ ਕਰਦਾ ਆ I think ਸਾਰਿਆਂ ਨੂੰ ਇਹ ਲੱਗਦਾ ਕਿ flexibility ਆ ਸਾਰਿਆਂ ਨੂੰ ਇਹ ਲੱਗਦਾ ਕਿ ਪੈਸਾ ਆ ਹਨਾ but there is a lot of commitment or especially let's say ਮੈਨੂੰ ਜਦੋਂ ਮੈਂ ਲਿਆ ਸੀਗਾ ਲਾਇਸੈਂਸ ਮੈਨੂੰ ਇਹ ਲੱਗਦਾ ਸੀ ਕਿ I can give more time to my kids and I have 3 kids ਹਨਾ so but realistically ਮੇਰੇ ਕੋ ਵੀਕਐਂਡ ਉਹਨਾਂ ਵਾਸਤੇ ਹੁੰਦੇ ਨਹੀਂ ਸੀਗੇ ਹਨਾ ਮੈਂ ਓਪਨ ਹਾਊਸ ਕਰ ਰਹੀ ਹਾਂ ਤੇ ਮੈਂ ਮੋਸਟਲੀ 2 ਘੰਟੇ ਦਾ ਓਪਨ ਹਾਊਸ ਆ ਤੇ ਤੁਹਾਡਾ ਘੰਟਾ ਪਹਿਲਾਂ ਘੰਟਾ ਜਾਣ ਮਿਡਲ ਆਫ ਦਾ ਡੇ ਇਟਸ ਗੋਨ ਹਨਾ ਜਦੋਂ ਉਹੀ ਟਾਈਮ ਤੁਸੀਂ ਹੁੰਦਾ ਬੱਚੇ 10 ਵਜੇ ਉੱਠਦੇ ਆ ਤੇ ਤੁਸੀਂ ਐਟਲੀਸਟ ਉਹਨਾਂ ਨਾਲ ਕਿਤੇ ਲੈ ਕੇ ਬਾਹਰ ਜਾਣਾ ਆ and you have to ਉਹ ਜਿਹੜੀਆਂ ਚੀਜ਼ਾਂ compromise ਕਰਨੀਆਂ ਪੈਂਦੀਆਂ but it's I would say again I'm very blessed to be in this field there's a lot of lot to learn about community and with the new people lot to learn about new projects and knowledge definitely or ਫਿਰ ਉਹੀ ਗੱਲ ਕਰਾਂ ਜੇ ਮੈਂ if I was a 9 to 5 working at a place then ਫਿਰ ਮੈਂ 8 ਤੋਂ 10 ਘੰਟੇ ਵੀਕਡੇਜ਼ 'ਚ ਬਾਹਰ ਰਹਿਣਾ ਸੀਗਾ ਸੋ ਕਰ ਕਰਾ ਕੇ ਕਹਾਣੀ ਉੱਥੇ ਆ ਗਈ ਹੈ ਨਾ so I would say it's a great field the people who want to come join this field there is always a you know ਹੁੰਦੀ ਨਹੀਂ ਹੁੰਦੀ ਇੱਕ ਡਾਰਕ ਸਾਈਡ ਹੁੰਦੀ ਹਰ ਕੰਮ ਦੀ ਇੱਕ ਬ੍ਰਾਈਟ ਸਾਈਡ ਹੁੰਦੀ ਹੈ ਨਾ ਸੋ ਗੁੱਡਸ ਐਂਡ ਬੈਡਸ ਹਰ ਕੰਮ 'ਚ ਹੋਣਗੇ ਐਂਡ ਰੀਅਲ estate is not the only field just for your knowledge where our people are coming in there is a mortgage industry there's an insurance industry construction is full of ਆਪਣੇ ਨਾਲ ਹੈ ਨਾ taxi industry truckers industry ਹੈ ਨਾ so ਹਰ ਇੱਕ ਫੀਲਡ ਦੇ ਵਿੱਚ competition ਹੈ and I think ਜਿਵੇਂ ਕਿਸੇ ਵੀ ਕਹਿ ਲਓ ਵੀ ਕੰਟਰੀ ਦੀ ਪਾਪੂਲੇਸ਼ਨ ਉੱਪਰ ਜਾਂਦੀ ਹੈ ਤੇ ਉਹ ਹਰ ਕੰਮ ਦੇ ਵਿੱਚ ਕੰਪੀਟੀਸ਼ਨ ਹੋਏਗਾ ਹਰ ਕੰਮ ਦੇ ਵਿੱਚ ਤੁਹਾਡੇ ਕੰਪੀਟੀਟਰਸ ਆਉਣਗੇ ਐਂਡ ਹੈਲਥੀ ਕੰਪੀਟੀਸ਼ਨ ਹੋਣਾ ਇਜ਼ ਅ ਗੁੱਡ ਥਿੰਗ ਐਜ਼ ਵੈਲ ਫਿਰ ਉਹ ਹਰ ਇੱਕ ਨੂੰ ਇਹ ਲੱਗਦਾ ਕਿ ਇਫ ਆਈ ਵੁੱਡ ਨਾਟ ਬੀ ਓਨੈਸਟ ਵਿਦ ਮਾਈ ਵਰਕ ਆਈ ਵੁੱਡ ਲੂਜ਼ ਮਾਈ ਬਿਜ਼ਨਸ ਐਗਜ਼ੈਕਟਲੀ ਸੋ ਰੀਅਲ ਏਸਟੇਟ ਦਾ ਜੈਜ਼ ਫਿਊਚਰ ਜਿਹੜਾ ਉਹ ਕੀ ਦੇਖਦੇ ਹੋ ਰੀਅਲ ਏਸਟੇਟ ਦੀ ਦੁਨੀਆ ਦਾ I would say since I have been living in Canada since 2002 2001 actually so by looking at the stats from since then till today 2021 ਆ ਗਿਆ ਮਾਰਕੀਟ ਕਿਤੇ ਡਾਊਨ ਗਈ ਵੀ ਹੋਗੀ 2008 ਚ ਮਾਰਕੀਟ ਇੱਕ ਵਾਰੀ ਡ੍ਰੌਪ ਕੀਤੀ ਆ ਹਨਾ ਫਿਰ 15 ਦੇ ਵਿੱਚ ਇੱਕ ਵਾਰੀ ਥੋੜੇ ਪਾਜ਼ਸ ਲੱਗੇ ਮਾਰਕੀਟ ਦੇ ਵਿੱਚ ਬਟ ਆਈ ਹੈਵਨਟ ਸੀਨ ਕਿ ਜਦੋਂ ਵੀ ਮਾਰਕੀਟ ਦੇ ਵਿੱਚ ਕਹ ਲਓ 15-20% ਦੀ ਡਿਕਰੀਜ਼ ਆ ਗਈ ਹੋਵੇ ਹੈ ਨਾ ਜੇ ਕਿਤੇ ਆਈ ਵੀ ਆ 5 to 10% ਐਡਜਸਟਮੈਂਟਸ ਹੀ ਹੋਈਆਂ ਨੇ ਨਾਟ ਮੋਰ ਦੈਨ ਦੈਟ ਐਂਡ ਉਹ ਜਦੋਂ ਐਜ਼ ਸੂਨ ਐਜ਼ ਕੰਮ ਆ ਗਿਆ ਤੁਹਾਡੇ ਕੋਲੇ ਬੈਕ ਟੂ ਨਾਰਮਲ ਹੋ ਗਿਆ ਸਾਰਾ ਕੁਝ ਉਹੀ ਜਿਹੜੀ 5-10% ਬਾਉਂਸ ਬੈਕ ਕੀਤਾ ਉਹ 10-15% ਨਾਲ ਆਲਵੇਜ਼ ਜਲਦੀ ਬਾਉਂਸ ਬੈਕ ਕਰ ਜਾਂਦੀਆਂ ਨੇ ਮਾਰਕੀਟਸ ਹੈ ਨਾ ਸੋ ਆਈ ਵੁੱਡ ਸੇ ਦ ਰੀਅਲ ਸਟੇਟ ਹੈਜ਼ ਅ best future in BC like since I've been working here and best thing is Vancouver ਦੀਆਂ ਜਿੰਨੇ ਰਿਵਿਊਜ਼ ਆਉਂਦੇ ਰਹਿੰਦੇ ਨੇ like top 10 ਦੇ ਵਿੱਚ ਸ਼ਹਿਰਾਂ ਦੇ ਵਿੱਚ ਵਰਲਡ ਦੇ ਵਿੱਚ ਆਉਂਦਾ ਰਹਿੰਦਾ ਹੈ ਨਾ so obviously people would keep moving in here ਉਹਦਾ ਸਾਈਡ ਇਫੈਕਟ ਕੀ ਹੋਏਗਾ future will tell us ਹੈ ਨਾ so ਕਿਤੇ ਵੀ ਵੱਡੇ ਸ਼ਹਿਰਾਂ ਜਿੱਥੇ populations raise ਕਰਦੀਆਂ ਉੱਥੇ ਨਾਲ crime rates ਵੀ ਰੇਟ ਹੁੰਦੇ ਨੇ ਹੈ ਨਾ so that time will tell but so far real estate investment or living standard ਵਾਸਤੇ ਬਹੁਤ ਵਧੀਆ
ਹੈਗਾ ਆ ਵੈਨਕੂਵਰ ਸਰੀ ਅਪ ਟੂ ਚਿਲਾਵੈਕ ਤੁਸੀਂ ਕਿਤੇ ਵੀ ਜਿੱਥੇ ਵੀ ਅਫੋਰਡ ਕਰ ਸਕਦੇ ਹੋ ਆਈ ਵੁੱਡ ਸੇ ਬਾਈ ਯੂਰ ਪਲੇਸ ਇਨ ਹੇਅਰ ਅਖੀਰ ਦੇ ਵਿੱਚ ਜੈਜ਼ ਕੀ ਕਰਨਾ ਚਾਹੋਗੇ ਮੈਸੇਜ ਕਨਵੇ ਕਮਿਊਨਿਟੀ ਨੂੰ all I want to say is whoever you want to work with hire as a realtor, have your communication open with your realtor. Make sure you tell them whatever your situation is, be open with it and ask questions. Make sure you ask questions. Don't just blind faith to anybody. Right, so just like ਮੈਨੂੰ insurance field ਦੀ knowledge ਨਹੀਂ ਹੈਗੀ, if I am buying an insurance I would ask them a question about the insurance where that's not my expertise. Same thing ਤੁਸੀਂ ਬੇਸ਼ੱਕ ਉਹਨਾਂ ਨੂੰ ਹਾਇਰ ਕਰ ਰਹੇ ਹੋ and they know the field, but make sure they are experienced, they know the local real estate very well and they can guide you right, and mainly you can trust the person. ਜੈਜ਼ ਕੰਗ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਟੂਡੀਓ ਦੇ ਵਿੱਚ ਆਏ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ ਥੈਂਕ ਯੂ ਸੋ ਮਚ It's my pleasure, Sherry. Thank you to all your listeners and viewers. ਜੀ ਸੋ ਆਈ ਥਿੰਕ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਜਿਹੜੀਆਂ ਕਨਫਿਊਜ਼ਨਸ ਜਾਂ ਫਿਰ ਨਵੇਂ ਪ੍ਰੋਜੈਕਟ ਨੂੰ ਸ਼ੁਰੂ ਕਰਨਾ ਹੁੰਦਾ ਸਪੈਸ਼ਲੀ ਜਦੋਂ ਘਰ ਲੈਣ ਦਾ ਸੁਪਨਾ ਅਸੀਂ ਪੂਰਾ ਕਰ ਰਹੇ ਹੁੰਦੇ ਆ ਬਹੁਤ ਸਾਰੀਆਂ ਉਦੋਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਆਈ ਥਿੰਕ ਇਸ ਇੰਟਰਵਿਊ ਦੇ ਵਿੱਚ ਓਵਰਆਲ ਆਪਾਂ ਕੋਸ਼ਿਸ਼ ਕੀਤੀ ਹੈ ਕਿ ਉਹ ਕਲੀਅਰ ਹੋ ਜਾਣ ਸੋ ਜੇ ਹੁਣ ਤੁਹਾਡੇ ਜ਼ਿਹਨ ਦੇ ਵਿੱਚ ਤੁਸੀਂ ਘਰ ਬਣਾਉਣ ਦਾ ਸੁਪਨਾ ਜਿਹੜਾ ਸਾਕਾਰ ਕਰਨ ਬਾਰੇ ਸੋਚ ਰਹੇ ਹੋ ਤਾਂ ਹੋਰ ਵੀ ਜਿਹੜੇ ਨੌਲੇਜ ਦੇ ਵਿੱਚ ਤੁਹਾਡੇ ਪਰਸਨ ਹੈ ਉਹਨਾਂ ਨਾਲ ਵੀ ਮੁਲਾਕਾਤ ਕਰੋ ਐਂਡ ਜੈਜ਼ ਕੰਗ ਜਿਹੜੇ ਕਿ ਸਾਡੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਮੌਜੂਦ ਸੀਗੇ ਉਹਨਾਂ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਸੋ ਜੈਜ਼ ਕੰਗ ਹੋਰਾਂ ਨਾਲ ਵੀ ਤੁਸੀਂ ਮੁਲਾਕਾਤ ਕਰਕੇ ਕੰਟੈਕਟ ਨੰਬਰ ਇੰਟਰਵਿਊ ਦੇ ਨੀਚੇ ਆ ਰਿਹਾ ਸੋ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਜਿਹੜੀਆਂ ਕਨਫਿਊਜ਼ਨਸ ਹੈਗੀਆਂ ਉਹ ਦੂਰ ਕਰ ਸਕਦੇ ਹੋ ਤੇ ਆਪਣਾ ਘਰ ਬਣਾਉਣ ਦਾ ਜਿਹੜਾ ਸੁਪਨਾ ਹੈ ਉਹਨੂੰ ਸਾਕਾਰ ਕਰ ਸਕਦੇ ਹੋ ਫਿਲਹਾਲ ਇਜਾਜ਼ਤ ਦਿਓ ਫਿਰ ਤੋਂ ਮਿਲਦੇ ਹਾਂ ਦ ਮਾਰਨਿੰਗ ਸ਼ੋਅ ਦੇ ਵਿੱਚ ਸਤਿ ਸ਼੍ਰੀ ਅਕਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ